ਹੈਲੋ ਸਟੂਡੈਂਟਸ, ਅੱਜ ਅਸੀਂ ਰੋਲਸ ਥਿਊਰਮ ਕਰਨ ਜਾ ਰਹੇ ਹਾਂ, ਜੋ ਕਿ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਅਤੇ ਬਹੁਤ ਹੀ ਕੰਮ ਆਉਣ ਵਾਲਾ ਟੌਪਿਕ ਆ। ਸਭ ਤੋਂ ਪਹਿਲਾਂ ਅਸੀਂ ਸਮਝਾਂਗੇ ਡੈਫੀਨੇਸ਼ਨ, ਅਤੇ ਉਸ ਤੋਂ ਬਾਅਦ ਫਿਰ ਅਸੀਂ 1 ਬਾਏ 1 ਕੁਐਸਚਨ ਕਰਾਂਗੇ, ਚਾਹੇ ਉਹ ਪੋਲੀਨੋਮੀਅਲ ਟਾਈਪ ਹੋਣ, ਚਾਹੇ ਉਹ ਟ੍ਰਿਗਨੋਮੈਟਿਕ ਫੰਕਸ਼ਨ ਹੋਣ, ਚਾਹੇ ਉਹ ਐਕਸਪੋਨੈਂਸ਼ੀਅਲ ਫੰਕਸ਼ਨ ਹੋਣ, ਚਾਹੇ ਉਹ ਲੋਗਰਿਥਮਿਕ ਫੰਕਸ਼ਨ ਹੋਣ। ਸਾਰੇ ਫੰਕਸ਼ਨ ਅਸੀਂ ਡਿਸਕਸ ਕਰਾਂਗੇ। ਡੈਫੀਨੇਸ਼ਨ ਸਮਝਣ ਤੋਂ ਪਹਿਲਾਂ ਮੈਂ ਕੁਝ ਫੰਕਸ਼ਨਸ ਬਾਰੇ ਦੱਸੂਗਾ ਤੁਹਾਨੂੰ। ਸਭ ਤੋਂ ਪਹਿਲਾਂ ਪੋਲੀਨੋਮੀਅਲ ਦੀ ਗੱਲ ਕਰੀਏ। ਪੋਲੀਨੋਮੀਅਲ ਇਨ ਐਕਸ ਇਜ਼ ਆਲਵੇਜ਼ ਕੰਟੀਨਿਊਸ ਫਾਰ ਆਲ ਐਕਸ। ਇਹ ਸਿੰਬਲ ਫਾਰ ਆਲ ਐਕਸ ਦਾ ਵੀ ਪਾ ਕੇ ਲਾਈਨ ਮਾਰ ਦਿਓ, ਫਾਰ ਆਲ ਐਕਸ। ਠੀਕ ਹੈ ਜੀ, ਇਹ ਸਿੰਬਲ ਆ ਫਾਰ ਆਲ ਐਕਸ। ਕਹਿਣ ਦਾ ਮੀਨਿੰਗ ਆ ਕਿ ਜਿਵੇਂ ਪੋਲੀਨੋਮੀਅਲ ਐਕਸ ਵਿੱਚ ਆ ਤਾਂ ਉਹ ਹਮੇਸ਼ਾ ਕੰਟੀਨਿਊਸ ਹੋਏਗੀ, ਚਾਹੇ ਤੁਸੀਂ ਐਕਸ ਦੀ ਵੈਲਿਊ ਜੋ ਵੀ ਲੈ ਸਕਦੇ ਆ, ਫਾਰ ਆਲ ਰੀਅਲ ਨੰਬਰ ਕਹਿ ਲਓ। ਠੀਕ ਹੈ ਜੀ। ਨੰਬਰ 2, ਟ੍ਰਿਗਨੋਮੈਟਿਕ ਫੰਕਸ਼ਨ। ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ ਗੱਲ ਕਰੀਏ, ਠੀਕ ਹੈ ਜੀ, ਚਾਹੇ ਅਸੀਂ ਗੱਲ ਕਰੀਏ ਰੈਸ਼ਨਲ ਫੰਕਸ਼ਨ ਦੀ, ਗੱਲ ਕਰੀਏ, ਚਾਹੇ ਅਸੀਂ ਗੱਲ ਕਰੀਏ ਐਕਸਪੋਨੈਂਸ਼ੀਅਲ ਫੰਕਸ਼ਨ, ਕੋਈ ਇਸ ਟਾਈਪ ਦਾ ਫੰਕਸ਼ਨ ਹੋਊਗਾ, ਚਾਹੇ ਅਸੀਂ ਗੱਲ ਕਰੀਏ ਲੋਗਰਿਥਮਿਕ ਫੰਕਸ਼ਨ ਦੀ, ਉਹ ਇਸ ਟਾਈਪ ਦਾ ਫੰਕਸ਼ਨ ਹੋਏਗਾ। ਠੀਕ ਹੈ ਜੀ, ਐਕਸ ਦੀ ਵੈਲਿਊ ਕੋਈ ਵੀ ਹੋ ਸਕਦੀ ਆ। ਚਾਹੇ ਅਸੀਂ ਕਰੀਏ ਕੌਂਸਟੈਂਟ ਫੰਕਸ਼ਨ ਦੀ ਗੱਲ, ਕੌਂਸਟੈਂਟ, ਚਾਹੇ ਯੂਜ਼ ਤਾਂ ਨਹੀਂ ਹੋਏਗਾ ਇੱਥੇ, ਕੌਂਸਟੈਂਟ ਫੰਕਸ਼ਨ। ਠੀਕ ਹੈ ਜੀ, ਇਹ ਤਾਂ ਆਲਵੇਜ਼ ਕੰਟੀਨਿਊਸ ਹੀ ਹੁੰਦਾ। ਠੀਕ ਹੈ ਜੀ, ਫਾਰ ਆਲ ਐਕਸ। ਜਦੋਂ ਮੈਂ ਗੱਲ ਕਰੂੰਗਾ ਟ੍ਰਿਗਨੋਮੈਟ੍ਰਿਕ ਫੰਕਸ਼ਨ, ਚਾਹੇ ਰੈਸ਼ਨਲ ਫੰਕਸ਼ਨ, ਐਕਸਪੋਨੈਂਸ਼ੀਅਲ ਫੰਕਸ਼ਨ, ਲੋਗਰਿਥਮਿਕ ਫੰਕਸ਼ਨ, ਇਹ ਵੀ ਕੰਟੀਨਿਊਸ ਹੁੰਦੇ ਆ ਸਾਰੇ। ਇਹ ਕੀ ਹੁੰਦੇ ਆ? ਕੰਟੀਨਿਊਸ ਹੁੰਦੇ ਆ। ਠੀਕ ਆ, ਇਹ ਆਪਣੀ ਡੋਮੇਨ 'ਚ, ਇਨ ਇਟਸ ਡੋਮੇਨ, ਇਹ ਆਪਣੀ ਡੋਮੇਨ ਵਿੱਚ ਕੰਟੀਨਿਊਸ ਹੁੰਦੇ ਆ। ਜੋ ਵੀ ਇਹਨਾਂ ਦੀ ਡੋਮੇਨ ਹੋਏਗੀ, ਜੋ ਵੀ ਇਹਨਾਂ ਦਾ ਫੀਲਡ ਹੋਏਗਾ, ਜਿਹਦੇ 'ਚ ਇਹ ਵੈਲ ਡਿਫਾਈਨ ਹੋਣਗੇ, ਉਹਦੇ ਵਿੱਚ ਇਹ ਕੰਟੀਨਿਊਸ ਹੀ ਹੋਣਗੇ। ਤੁਸੀਂ ਕਹੋਗੇ ਸਰ ਗੱਲ ਸਮਝ ਨਹੀਂ ਆਈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਸਮਝਾਉਣਾ। ਰੈਸ਼ਨਲ ਫੰਕਸ਼ਨ ਦੀ ਮੈਂ ਗੱਲ ਕਰ ਲਵਾਂ। ਜਿਸ ਤਰ੍ਹਾਂ ਮੈਂ ਰੈਸ਼ਨਲ ਫੰਕਸ਼ਨ ਲਿਖਾਂ, ਰੈਸ਼ਨਲ ਫੰਕਸ਼ਨ ਸਪੋਜ਼ ਕਰੋ ਮੈਂ ਲਿਖ ਲਿਆ x ਓਵਰ x ਮਾਈਨਸ 1, ਚਾਹੇ x ਮਾਈਨਸ 2 ਲਿਖ ਲਓ। ਠੀਕ ਹੈ ਜੀ, ਮੈਂ ਇੱਕ ਰੈਸ਼ਨਲ ਫੰਕਸ਼ਨ ਲਿਖਿਆ ਜੋ p ਓਵਰ q ਦੀ ਫੋਰਮ 'ਚ ਆ। ਠੀਕ ਹੈ ਜੀ, fx x ਓਵਰ x ਮਾਈਨਸ 2, ਅਤੇ ਇੰਟਰਵਲ ਮੈਨੂੰ ਗਿਵਨ ਹੋਵੇ 1 2 3, ਇੰਟਰਵਲ ਮੈਨੂੰ ਗਿਵਨ ਹੋਵੇ ਕਲੋਜ਼ ਇੰਟਰਵਲ 1 2 3। ਇਹ ਹੁਣ ਇਸ ਇੰਟਰਵਲ 'ਚ, ਇਸ ਡੋਮੇਨ 'ਚ ਇਹ ਡਿਫਾਈਨ ਨਹੀਂ ਹੈਗਾ। ਕਿਉਂ? ਬਿਕੋਜ਼ ਐਟ x ਇਜ਼ ਇਕੁਅਲ ਟੂ 2, ਐਟ x ਇਜ਼ ਇਕੁਅਲ ਟੂ 2, fx ਕੀ ਕਰ ਰਿਹਾ? fx ਟੈਂਡਿੰਗ ਟੂ ਇਨਫਿਨਿਟੀ। ਸੋ fx ਇਜ਼ ਨੋਟ ਡਿਫਾਈਨਡ। ਠੀਕ ਹੈ ਜੀ, ਨੋਟ ਵੈਲ ਡਿਫਾਈਨਡ, ਇਹਨੂੰ ਕਹਾਂਗੇ ਨੋਟ ਡਿਫਾਈਨਡ। ਉਮੀਦ ਆ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਠੀਕ ਹੈ ਜੀ, fx ਦੇਖੋ 1 ਅਤੇ 3 ਦੇ ਵਿੱਚ 2 ਆਉਂਦਾ, ਅਤੇ 2 ਤੇ ਨੀਚੇ 0 ਆ ਰਹੀ ਆ, x ਓਵਰ 0 ਟੈਂਡਿੰਗ ਟੂ ਇਨਫਿਨਿਟੀ। ਸੋ fx ਇਜ਼ ਨੋਟ ਡਿਫਾਈਨਡ। ਕਹਿਣ ਦਾ ਮੀਨਿੰਗ ਆ ਰੈਸ਼ਨਲ ਫੰਕਸ਼ਨ ਹੁਣ ਇਹ ਨੋਟ ਕੰਟੀਨਿਊਸ ਆ। ਕੀ ਕਹਿ ਸਕਦੇ ਆ? ਨੋਟ ਕੰਟੀਨਿਊਸ। ਇਹ fx ਕੀ ਆ? ਨੋਟ ਕੰਟੀਨਿਊਸ। ਕਿਉਂ ਨਹੀਂ ਕੰਟੀਨਿਊਸ? ਕਿਉਂਕਿ ਇਹ ਤਾਂ ਡਿਫਾਈਨ ਹੀ ਨਹੀਂ ਹੈਗਾ ਇਹਦੇ ਵਿੱਚ, ਇਸ ਇੰਟਰਵਲ 'ਚ ਇਹ ਡਿਫਾਈਨ ਹੀ ਨਹੀਂ ਹੈਗਾ। ਸੋ ਕਹਿਣ ਦਾ ਮੀਨਿੰਗ ਇਹ ਹੋਇਆ ਕਿ ਰੈਸ਼ਨਲ ਫੰਕਸ਼ਨ ਕੰਟੀਨਿਊਸ ਹੋਣਗੇ, ਬਟ ਉਹ ਆਪਣੀ ਡੋਮੇਨ 'ਚ, ਜਿਹਦੇ 'ਚ ਉਹ ਵੈਲ ਡਿਫਾਈਨ ਹੈ ਨਾ ਫੰਕਸ਼ਨ, ਉਸ ਇੰਟਰਵਲ 'ਚ, ਉਸ ਡੋਮੇਨ 'ਚ ਉਹ ਕੰਟੀਨਿਊਸ ਹੋਣਗੇ। ਇੱਦਾਂ ਹੀ ਐਕਸਪੋਨੈਂਸ਼ੀਅਲ ਫੰਕਸ਼ਨ, ਇੱਦਾਂ ਹੀ ਲੋਗਰਿਥਮਿਕ ਫੰਕਸ਼ਨ, ਇੱਦਾਂ ਹੀ ਟ੍ਰਿਗਨੋਮੈਟ੍ਰਿਕ ਫੰਕਸ਼ਨ ਵੀ, ਜੋ ਉਹਨਾਂ ਦੀ ਡੋਮੇਨ ਹੁੰਦੀ ਆ ਉਹਦੇ ਵਿੱਚ ਉਹ ਕੀ ਆ, ਉਹ ਕੰਟੀਨਿਊਸ ਹੋਣਗੇ। ਇਹ ਗੱਲ ਤੁਹਾਨੂੰ ਸਮਝਣੀ ਬਹੁਤ ਜ਼ਰੂਰੀ ਸੀ। ਠੀਕ ਹੈ ਜੀ, ਹੁਣ ਅਸੀਂ ਅੱਗੇ ਚੱਲਦੇ ਹਾਂ, ਡੈਫੀਨੇਸ਼ਨ ਨੂੰ ਡਿਸਕਸ ਕਰਾਂਗੇ। ਹੁਣ ਅਸੀਂ ਕਰਾਂਗੇ ਡੈਫੀਨੇਸ਼ਨ ਡਿਸਕਸ।
ਰੋਲਸ ਥਿਊਰਮ ਦੀ ਕੀ ਡੈਫੀਨੇਸ਼ਨ ਆ? fx if fx is a function defined in closed interval ab, fx कोई फंक्शन आ ab इंटरवल चो डिफाइंड आ, ठीक है जी, वैल डिफाइन आ, दैन ਅਸੀਂ ਕਦੋਂ ਕਹਾਂਗੇ ਕਿ ਰੋਲਸ ਥਿਊਰਮ ਵੈਰੀਫਾਈ ਆ? ਰੋਲਸ ਥਿਊਰਮ ਵੈਰੀਫਾਈ ਆ ਤਿੰਨ ਉਹਦੀਆਂ ਜਿਹੜੀਆਂ ਉਹ ਕੰਡੀਸ਼ਨਸ ਆ। ਪਹਿਲੀ ਕੰਡੀਸ਼ਨ ਇਹ ਆ ਕਿ ਐਫ ਐਕਸ ਇਜ਼ ਕੰਟੀਨਿਊਸ ਇਨ ਕਲੋਜ਼ਡ ਇੰਟਰਵਲ ਏ ਬੀ, ਇਹ ਫਸਟ ਕੰਡੀਸ਼ਨ ਆ। ਸੈਕੰਡ ਕੰਡੀਸ਼ਨ ਆ ਐਫ ਐਕਸ ਇਜ਼ ਡਿਫਰੈਂਸ਼ੀਏਬਲ ਇਨ ਓਪਨ ਇੰਟਰਵਲ ਏ ਬੀ, ਓਪਨ ਇੰਟਰਵਲ 'ਚ ਕੀ ਹੋਵੇ? ਡੈਰੀਵੇਬਲ ਹੋਵੇ, ਡਿਫਰੈਂਸ਼ੀਏਬਲ ਹੋਵੇ। ਤੀਸਰੀ ਕੰਡੀਸ਼ਨ ਆ ਐਫ ਏ ਇਜ਼ ਇਕੁਅਲ ਟੂ ਐਫ ਬੀ, ਠੀਕ ਹੈ ਜੀ, ਐਂਡ ਪੁਆਇੰਟਸ 'ਤੇ ਜਿਹੜੀ ਵੈਲਿਊ ਆ ਨਾ ਉਹ ਸੇਮ ਹੋਵੇ, ਫੰਕਸ਼ਨ ਦੀ ਵੈਲਿਊ ਸੇਮ ਹੋਵੇ, ਠੀਕ ਹੈ ਜੀ। ਵੈਲਿਊ ਆਫ ਫੰਕਸ਼ਨ ਐਟ ਏ ਇਜ਼ ਇਕੁਅਲ ਟੂ ਵੈਲਿਊ ਆਫ ਫੰਕਸ਼ਨ ਐਟ ਬੀ, ਸੇਮ ਹੋਣੀ ਚਾਹੀਦੀ ਹੈ। ਅਤੇ ਫਿਰ ਕੀ ਹੋਏਗਾ? ਦੈਨ देयर एग्जिस्ट, आ सिंबल आ जी देयर एग्जिस्ट का, उल्टी ई पा लो देयर एग्जिस्ट, दैन देयर एग्जिस्ट एट लीस्ट वन रियल नंबर, कित्थों लेना रियल नंबर? इसे इंटरवल चों ओपन इंटरवल ए बी, रियल नंबर का नाम ले लो सी, रियल नंबर सी विच बिलोंग्स टू ए बी such that f dash c is equal to 0। ये अज रोल्स थ्योरम की स्टेटमेंट मैं एक बारी फिर समझा देवां, बड़े ध्यान दे नाल समझना तुसीं इहनूं। रोल्स थ्योरम की की स्टेटमेंट आ? इफ एफ एक्स इज़ ए फंक्शन डिफाइंड इन क्लोज इंटरवल ए बी, फस्ट कंडीशन की होनी चाहिए है? एफ एक्स कॉन्टीन्यूज इन ए बी। सैकेंड कंडीशन की होनी चाहिए है? एफ एक्स डिफरेंशिएबल इन ओपन इंटरवल ए बी। वैल्यू ऑफ फंक्शन एट ए इज़ इक्वल टू वैल्यू ऑफ फंक्शन एट बी। दैन जे तीन कंडीशन सैटिस्फाई हो जांदियां, दैन देयर एग्जिस्ट एट लीस्ट वन रियल नंबर सी बिलोंग्स टू ए बी सच दैट एफ डैश सी इज़ इक्वल टू 0। कहने का मीनिंग ये आ, इस इंटरवल के विचों घट्टो घट्ट एक रियल नंबर तो जरूर मिलेगा ਜਿਹੜਾ एफ डैश सी इज़ इक्वल टू 0, ਜਿਹੜਾ इस फंक्शन एफ डैश एक्स ਨੂੰ सैटिस्फाई करदा, ठीक है जी। ज़्यादा भी मिल सकते हैं, घट्टो घट्ट एक तो मिलेगा ही मिलेगा, ठीक है जी। ਜਿਹੜਾ एफ डैश एक्स इज़ इक्वल टू 0 ਨੂੰ सैटिस्फाई करूगा तो एफ डैश सी इज़ इक्वल टू 0 आ जाएगा। हुण हो सकता कि तुहानूं समझ आ भी गई हो सकता कि थोड़ी घट समझ आई हो, जो असीं क्वेश्चन करांगे ना फिर तुहानूं पूरी क्लैरिटी होएगी, ये मैनूं उम्मीद आ। हुण मैं क्वेश्चन कराउण जा रहा, क्वेश्चन किवें आने आ पेपर च? वैरीफाई रोल्स थ्योरम, क्वेश्चन किवें आना पेपर च? वैरीफाई रोल्स थ्योरम। सब तो पहला पॉलीनोमियल नाल रिलेटेड असीं क्वेश्चन करांगे। क्वेश्चन इदां आना, वैरीफाई रोल्स थ्योरम, ठीक है जी। किस फंक्शन के लिए वो आपां लिख लीए? फॉर एफ एक्स एक्स स्केयर प्लस 2x माइनस 8, इस फंक्शन के लिए इंटरवल गिवन आ -4 to 2 ये आ जी स्टेटमेंट। इदा क्वेश्चन आने आ, ठीक है जी, इदा क्वेश्चन आने आ। वैरीफाई रोल्स थ्योरम फॉर फंक्शन एफ एक्स स्केयर प्लस 2x माइनस 8, ठीक है जी। इंटरवल ये गिवन आ, की करांगे? किवें सॉल्व करना, असीं इन्हां नूं किवें वैरीफाई करना कि थ्योरम जिहड़ी आ वैरीफाई हो रही आ। सब तो पहला एफ एक्स की है, बड़े ध्यान नाल देखना। एफ एक्स गिवन आ सानूं, एफ एक्स आ जी एक्स स्केयर प्लस 2x माइनस 8, ये की आ? विच इज़ पॉलीनोमियल। एफ एक्स की आ? एफ एक्स इज़ पॉलीनोमियल।
ਪੋਲੀਨੋਮੀਅਲ ਇਨ ਐਕਸ। ਇੰਟਰਵਲ ਗਿਵਨ ਸੀ ਉਹ ਵੀ ਆਪਾਂ ਲਿਖ ਲਈਏ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਪਹਿਲੇ ਦੱਸ ਕੇ ਆਇਆ ਕਿ ਪੋਲੀਨੋਮੀਅਲ ਇਨ ਐਕਸ ਇਜ਼ ਆਲਵੇਜ਼ continuous for all x. So first condition, since every polynomial is continuous for all x, every polynomial in x is continuous for all x. So fx, so ਸਾਡੀ ਵੀ ਪੋਲੀਨੋਮੀਅਲ ਹੈ, ਸੋ fx is continuous in -4 2 ਪੋਲੀਨੋਮੀਅਲ ਆ ਤੇ ਅਸੀਂ ਇਹ ਕਹਿ ਰਹੇ ਹਾਂ ਪੋਲੀਨੋਮੀਅਲ ਹਮੇਸ਼ਾ ਹੀ ਕੰਟੀਨਿਊਸ ਹੁੰਦੀ ਹੈ, ਚਾਹੇ ਕੋਈ ਵੀ ਵੈਲਿਊ ਹੋਵੇ ਐਕਸ ਦੀ। ਕਹਿਣ ਦਾ ਮੀਨਿੰਗ ਇਹ ਆ ਚਾਹੇ ਕੋਈ ਵੀ ਇੰਟਰਵਲ ਆ ਉਹਦੇ ਵਿੱਚ ਉਹਨੇ ਕੀ ਹੋਣਾ, ਕੰਟੀਨਿਊਸ ਹੋਣਾ। ਸੋ ਮੈਂ ਲਿਖ ਦਿੱਤਾ fx ਕੰਟੀਨਿਊਸ ਇਨ ਗਿਵਨ ਇੰਟਰਵਲ -4 2। ਇਹ ਸੀ ਫਸਟ ਕੰਡੀਸ਼ਨ। ਸੈਕੰਡ ਕੰਡੀਸ਼ਨ ਕੀ ਆ, ਡਿਫਰੈਂਸ਼ੀਏਬਲ ਚੈੱਕ ਕਰਨਾ। ਉਹਦੇ ਲਈ ਕੀ ਕਰੋ, ਡੈਰੀਵੇਟਿਵ ਕਰੋ, f' ਕਰੋ, ਡੈਰੀਵੇਟਿਵ ਕਰੋ ਇਹਦਾ। x ਸਕੁਏਅਰ ਦਾ ਡੈਰੀਵੇਟਿਵ 2x ਪਲੱਸ 2x ਦਾ ਹੋ ਗਿਆ 2 ਤੇ 8 ਦਾ ਹੋ ਗਿਆ 0। ਇਹ ਕੀ ਆ, ਐਗਜ਼ਿਸਟ ਕਰਦਾ, ਠੀਕ ਆ। f' ਕੀ ਕਰਦਾ, ਐਗਜ਼ਿਸਟ ਕਰਦਾ, ਠੀਕ ਹੈ। ਕਿਹੜੀ ਇੰਟਰਵਲ 'ਚ, ਓਪਨ ਇੰਟਰਵਲ -4 to 2। ਕਹਿਣ ਦਾ ਮੀਨਿੰਗ ਆ ਕਿ ਇਸ ਇੰਟਰਵਲ ਦੀ ਕੋਈ ਵੀ ਵੈਲਿਊ ਲਓ, ਇੱਥੇ ਪੁੱਟ ਕਰੋ, ਹਮੇਸ਼ਾ ਉਹ ਡਿਫਾਈਨ ਹੋਊਗਾ। ਇਨਫਿਨਿਟੀ ਨਹੀਂ ਬਣਦਾ, ਨਹੀਂ ਨਾ ਬਣਨਾ। ਇਨਫਿਨਿਟੀ ਕਦੋਂ ਬਣਨਾ, ਜਦੋਂ 1/0 ਟਾਈਪ ਹੋਵੇ। 1/0 ਟਾਈਪ ਇਨਫਿਨਿਟੀ ਬਣੂਗਾ, ਬਟ ਇਹ ਤਾਂ ਬਣਨਾ ਹੀ ਨਹੀਂ। ਕੋਈ ਵੀ ਵੈਲਿਊ ਪੁੱਟ ਕਰਕੇ ਦੇਖ ਲਓ, ਇਨ ਬਿਟਵੀਨ ਚਾਹੇ ਤੁਸੀਂ 0 ਪੁੱਟ ਕਰੋ 2 ਆਨਸਰ ਆ ਜਾਏਗਾ, 1 ਪੁੱਟ ਕਰੋਗੇ 4 ਆ ਜਾਏਗਾ, ਇੱਦਾਂ ਹੀ -1 ਭਰੋਗੇ -2, ਕੋਈ ਵੀ ਵੈਲਿਊ ਪੁੱਟ ਕਰ ਲਓ ਜੋ -4 ਅਤੇ 2 ਦੇ ਵਿੱਚ ਲਾਈ ਕਰਦੀਆਂ। ਇਹ ਫੰਕਸ਼ਨ ਹਮੇਸ਼ਾ ਡਿਫਾਈਨ ਆ। ਕਹਿਣ ਦਾ ਮੀਨਿੰਗ ਆ ਕਿ f' ਐਗਜ਼ਿਸਟ ਆ, ਠੀਕ ਹੈ ਜੀ। ਸੋ fx ਕੀ ਹੋ ਗਿਆ, ਡਿਫਰੈਂਸ਼ੀਏਬਲ। fx ਇਜ਼ ਡਿਫਰੈਂਸ਼ੀਏਬਲ। in open interval -4 to 2 ਓਪਨ ਇੰਟਰਵਲ 'ਚ ਡਿਫਰੈਂਸ਼ੀਏਬਲ ਆ। fx ਡਿਫਰੈਂਸ਼ੀਏਬਲ ਤਾਂ ਹੀ ਤਾਂ ਡੈਰੀਵੇਟਿਵ ਹੋਇਆ ਨਾ। ਜੇ ਡੈਰੀਵੇਟਿਵ ਐਗਜ਼ਿਸਟ ਕਰ ਗਿਆ ਸੋ ਫੰਕਸ਼ਨ ਕੀ ਹੁੰਦਾ, ਡਿਫਰੈਂਸ਼ੀਏਬਲ ਹੁੰਦਾ। ਇਹ ਸੀ ਫਸਟ ਕੰਡੀਸ਼ਨ, ਉਹ ਵੀ ਹੋਲਡ ਕਰ ਗਈ। ਇਹ ਸੀ ਸੈਕੰਡ ਕੰਡੀਸ਼ਨ, ਉਹ ਵੀ ਹੋਲਡ ਕਰ ਗਈ। ਹੁਣ ਅਸੀਂ ਥਰਡ ਕੰਡੀਸ਼ਨ ਵੱਲ ਜਾਵਾਂਗੇ। ਉਹ ਕੀ ਸੀ, ਐਂਡ ਪੁਆਇੰਟਾਂ ਦੇ ਵੈਲਿਊ ਦੇਖਣੀ ਹੈ। ਪਹਿਲੇ -4 ਤੇ ਅਸੀਂ ਵੈਲਿਊ ਚੈੱਕ ਕਰਾਂਗੇ। ਮਤਲਬ ਫੰਕਸ਼ਨ ਦੇ ਵਿੱਚ ਜਿੱਥੇ x ਆ -4 ਪੁੱਟ ਕਰਾਂਗੇ, -4 ਸਕੁਏਅਰ ਪਲੱਸ 2 × -4 -8, ਇਹ ਆ ਜਾਣਗੇ 16 -8 ਵਿਚ ਇਜ਼ 0। ਹੁਣ ਅਸੀਂ ਕੀ ਕਰਾਂਗੇ, ਨਾਲ ਹੀ f2 ਪਹਿਲੇ -4 ਪੁੱਟ ਕੀਤਾ, ਹੁਣ ਅਸੀਂ 2 ਪੁੱਟ ਕਰਨ ਜਾ ਰਹੇ ਹਾਂ। 2 ਪੁੱਟ ਕਰੀਏ, 2 ਸਕੁਏਅਰ ਪਲੱਸ 2 × 2 -8 4 + 4 -8 8 -8 ਵਿਚ ਇਜ਼ 0। ਸੋ ਅਸੀਂ ਕੀ ਦੇਖਦੇ ਹਾਂ, fx ਅਸੀਂ ਕੀ ਦੇਖ ਰਹੇ ਹਾਂ ਕਿ f -4 ਇਜ਼ ਇਕੁਅਲ ਟੂ f ਆਫ 2 ਵੈਲਿਊ ਸੇਮ ਆ ਗਈ, ਠੀਕ ਹੈ ਜੀ। ਵੈਲਿਊ ਇਹ ਸੀ ਥਰਡ ਕੰਡੀਸ਼ਨ। ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ ਕਿਉਂਕਿ ਮੈਂ ਰਫ ਕਰਕੇ ਅੱਗੇ ਜਾਊਂਗਾ। ਸਭ ਤੋਂ ਪਹਿਲਾਂ ਦੇਖੋ, ਇਹ ਸੀ ਸਾਡੀ ਪੋਲੀਨੋਮੀਅਲ ਗਿਵਨ ਫੰਕਸ਼ਨ। fx ਪੋਲੀਨੋਮੀਅਲ ਸੀ, ਠੀਕ ਹੈ ਜੀ। fx ਕੀ ਆ, ਪੋਲੀਨੋਮੀਅਲ ਆ। ਤਾਂ ਸਾਨੂੰ ਪਤਾ ਕਿ ਐਵਰੀ ਪੋਲੀਨੋਮੀਅਲ ਕੰਟੀਨਿਊਸ ਹੁੰਦੀ ਆ, ਚਾਹੇ x ਦੀ ਵੈਲਿਊ ਕੋਈ ਵੀ ਹੋਵੇ, ਠੀਕ ਹੈ ਜੀ। ਸੋ ਸਾਡਾ ਇਹ ਫੰਕਸ਼ਨ ਕੰਟੀਨਿਊਸ ਹੋ ਗਿਆ -4 2 ਦੇ ਇੰਟਰਵਲ 'ਚ। ਫਿਰ ਅਸੀਂ ਉਹਨੂੰ ਡਿਫਰੈਂਸ਼ੀਏਟ ਕੀਤਾ, ਡਿਫਰੈਂਸ਼ੀਏਟ ਹੋ ਗਿਆ। ਚਾਹੇ ਕੋਈ ਵੈਲਿਊ ਪੁੱਟ ਕਰਕੇ ਦੇਖ ਲਓ, ਜੇ ਉਹ ਹੋ ਗਿਆ ਮਤਲਬ ਐਗਜ਼ਿਸਟ ਕਰ ਗਿਆ, ਇਸ ਕਰਕੇ fx ਡਿਫਰੈਂਸ਼ੀਏਬਲ ਹੋ ਗਿਆ। -4 ਤੇ ਵੈਲਿਊ ਪੁੱਟ ਕੀਤੀ, -4 ਪੁੱਟ ਕਰੋ ਦੈਨ 2 ਪੁੱਟ ਕਰੋ, ਆਨਸਰ ਸੇਮ ਆ ਗਏ। ਸੋ ਤੀਸਰੀ ਕੰਡੀਸ਼ਨ ਵੀ ਸੈਟਿਸਫਾਈ ਹੋ ਗਈ। ਨੈਕਸਟ ਕੀ ਕਰਾਂਗੇ ਅਸੀਂ, ਨੈਕਸਟ ਕਹਿਣ ਦਾ ਮੀਨਿੰਗ ਆ ਕਿ ਜਿਹੜੀਆਂ ਕੰਡੀਸ਼ਨ ਸੀ ਨਾ ਰੋਲਸ ਥਿਊਰਮ ਦੀਆਂ, ਉਹ ਸੈਟਿਸਫਾਈ ਹੋ ਗਈਆਂ। ਅਤੇ ਅਸੀਂ ਲਿਖਾਂਗੇ ਕੰਡੀਸ਼ਨਸ ਆਫ ਰੋਲਸ ਥਿਊਰਮ
आर सैटिस्फाइड। ठीक है जी, कंडीशन की हो गई सैटिस्फाइड। तो किसी डेफिनेशन बाय रोल्स थ्योरम की सी डेफिनेशन देयर एग्जिस्ट एट लीस्ट वन रियल नंबर सी बिलोंग्स टू ओपन इंटरवल -4 to जो गिवन सी इंटरवल सच दैट एफ डैश सी इज़ इक्वल टू 0। ਤੁਸੀਂ ਦੇਖਿਆ ਸੀ ਕਿ ਸਾਡੇ ਕੋਲ एफ डैश एक्स कितना सी इस क्वेश्चन ਦੇ ਵਿੱਚ ਉਹ ਸੀ 2x + 2 ਸੀ ਸ਼ਾयਦ ਕੀ ਸੀ ਸਟੇਟਮੈਂਟ, ਹਾਂ 2x + 2 ਇਹ ਸੀ एफ डैश एक्स। ਠੀਕ ਹੈ ਜੀ, एफ डैश सी 0 कहने का मीनिंग है जिथे एक्स है उत्थे सी पुट कर दो, की आ जाएगा 2c + 2 इज़ इक्वल टू 0, 2c - 2, सो सी की वैल्यू आ गई -1। हुण ये देखना कि ये जी वैल्यू आई है सी की, ये बिलोंग करती है, जो सी की वैल्यू आई आ कि ये साडी इंटरवल दे विच बिलोंग करती है, विच बिलोंग्स टू -4 टू करती है। क्यों करती है मैं थोड़ा जिहा एक्सप्लेन कर देना क्योंकि तुहाडे लई चैप्टर नवां। आ देखो इत्थे होएगा -5 -4 -3 -2, मैं रीयल लाइन ते तुहानूं दिखा रहा, इत्थे 0 इत्थे 1 इत्थे 2 इत्थे 3, साडी इंटरवल आ -4 तो लैके 2 तक। ये साडा रीजन आ, ये साडी डोमेन आ जिहदे च असीं वर्क करना। ठीक है जी, जिहदे च असीं वर्क करना। तो -1 आ देखो -1 की आ, ये वाला ये उस इंटरवल नूं बिलोंग कर रहा, उस इंटरवल दे विच लाई कर रहा। सो -1 बिलोंग्स टू -4 टू, तो जे बिलोंग कर गया सो रोल्स थ्योरम वेरीफाई होगी रोल्स थ्योरम। उम्मीद है कि तुहानूं समझ आ गई होएगी। मैं एक नैक्सट क्वेश्चन एक होर कराना विच इज़ आल्सो बिलोंग्स टू पोलीनोमीअल टाइप। ठीक है जी, पोलीनोमीअल का एक होर क्वेश्चन करते हैं, फिर तुहानूं ज़्यादा क्लैरिटी होएगी। हाँ जी, वो क्वेश्चन है जी एफ एक्स की वैल्यू आ x × x - 3 स्क्वेयर, इंटरवल आ 0 to 3। मैं फिर चेक कर ला स्टेटमेंट, हाँ जी बिल्कुल ठीक है 0 to 3। पहली गल तो फंक्शन डिफाइन ही है, तो ही थ्योरम अगे चलेगी ना, फंक्शन की आ डिफाइन ही है। सब तो पहला थोड़ा सिंपलीफाई कर लिए, x² - 6x + 9 a² + b² - 2ab। फर्दर मल्टीप्लाई बाय x³ -6x² + 9x, इंटरवल साढ़े कोल 0 to 3। हाँ जी, ये की आ विच इज़ पोलीनोमीअल, सो नंबर फर्स्ट कंडीशन चेक करिए, वी नो एवरी पोलीनोमीअल इन x इज़ कॉन्टीन्यूज फॉर ऑल x, हमेशा कॉन्टीन्यूस होंगी आ। सो साडी गिवन इंटरवल च भी कॉन्टीन्यूस होएगी। सो एफ एक्स इज़ कॉन्टीन्यूज इन गिवन क्लोज्ड इंटरवल 0 to 3। सैकेंड कंडीशन देख लो, डेरीवेटिव एग्जिस्ट करता, एफ डैश एक्स करो 3x² माइनस, हाँ जी डेरीवेटिव कितना आ गया -12x + 9, ये आ गया ਇਹਦਾ डेरीवेटिव। ठीक है जी, एग्जिस्ट करता। ठीक है जी, एग्जिस्ट विच एग्जिस्ट इन ओपन इंटरवल, कहने का मीनिंग है 0 to 3 ओपन इंटरवल च कोई वैल्यू पुट करो, ये कदे भी इनफिनिटी नहीं बनना। सो जे एग्जिस्ट करता तो सो असीं कह देंगे
एफ एक्स डिफरेंशिएबल सी, ठीक है जी, डिफरेंशिएबल एफ एक्स की आ डिफरेंशिएबल इन ओपन इंटरवल 0 to 3। थर्ड कंडीशन चैक करिए। थर्ड कंडीशन की आ, सब तो पहले असीं 0 पुट करांगे, चाहे तुसी इत्थे पुट कर लो, चाहे इत्थे कर लो, चाहे इत्थे कर लो, कोई प्रॉब्लम नहीं, ठीक है जी। मैं इत्थे करूँगा थोड़ा ज़्यादा ईजी हो जाना, कि आ जाएगा 0 इंटू 0 माइनस 3 स्क्वेयर 0 इंटू समथिंग 0। दैन पुट करो नैक्सट वैल्यू 3 पुट करो, वो भी इत्थे पुट करांगे 3 माइनस 3 स्क्वेयर विच इज़ आल्सो 0। सो वी सी दैट f0 इज़ इक्वल टू f3। 0 ते 3 ते वैल्यू ऑफ फंक्शन सेम। सो कंडीशनस ऑफ रोल्स थ्योरम आर सैटिस्फाइड। उम्मीद है कि तुहानूं समझ आ गई होएगी। हुण असीं लिखांगे कंडीशनस ऑफ रोल्स थ्योरम आर सैटिस्फाइड। हाँ जी, सो कंडीशंस ऑफ रोल्स थ्योरम, कंडीशंस ऑफ रोल्स थ्योरम आर satisfied by Rolle's theorem, there exists at least one real number C belongs to minus 0 to 3, sorry 0 to 3, 0 to 3 interval है, such that f dash c is equal to 0। हाँ जी, f dash x कितना सी साढ़े कोल 3x स्क्वेयर माइनस 12x ते प्लस 9 ये सी, ठीक है जी। कि घट्टो घट्ट रोल्स थ्योरम की कहती है, रोल्स थ्योरम की कहती है कि एटलीस्ट घट्टो घट्ट एक रियल नंबर तो मिलेगा ही मिलेगा इस इंटरवल चों, सो दैट f dash c इज़ इक्वल टू 0। f dash c कितना आ गया 3c स्क्वेयर माइनस 12c प्लस 9 इज़ इक्वल टू 0। ये तुसी इनू फैक्टराइज भी कर सकते हैं, चाहे तुसी ये वाला मैथड लगा लो। 3 ना वैसे डिवाइड हो रहा, 3 दे नाल डिवाइड कर दो c स्क्वेयर माइनस 4c प्लस 3, इनू फैक्टराइज करो c माइनस 3 c माइनस 1, ठीक है जी। सो c की वैल्यू आ गई 1 एंड 3। हाँ जी, हुण ये देखो कि साडी इंटरवल च किहड़ी वैल्यू बिलोंग करती है, बड़े ध्यान दे नाल देखो 1 बिलोंग करती है। c इज़ इक्वल टू 1 की करती है, बिलोंग्स टू ओपन इंटरवल 0 to 3। 0 to 3 दे विच 1 आंदा, बट c इज़ इक्वल टू 3 does not belongs to 0 to 3। 3 इस इंटरवल च नहीं आंदा क्योंकि ओपन इंटरवल है ना, ओपन च ना तो 0 तो ना 3, ठीक है जी। इस करके 3 डज नॉट बिलोंग्स टू दिस इंटरवल, सो ओनली 1 बिलोंग्स टू 0 3। एक ही रियल नंबर मिले, असी क्या सी ना एटलीस्ट 1 रियल नंबर, 2 भी मिल सकते सी, ठीक है जी, बट नहीं मिले, कोई गल नहीं, एक तो मिले ना, घट्टो घट्ट सानू एक ही चाहिए। सो की लिखांगे रोल्स थ्योरम वेरीफाइड, रोल्स थ्योरम की होगी वेरीफाई होगी। इस तरीके नाल ही असीं जिहड़े आ क्वेश्चन करने आ। मैं हुण एक होर टाइप का क्वेश्चन कराना तां जो तुहाडा हर एक टाइप का क्वेश्चन जिहड़ा वा वो कवर हो जाए। क्वेश्चन है जी एक्सपोनेंशियल फंक्शन मैं करवा रहा, एक्सपोनेंशियल क्वेश्चन, एक्सपोनेंशियल फंक्शन का मैं क्वेश्चन करा रहा। हाँ जी, की है जी क्वेश्चन f(x)
ई रेस टू पावर 1 माइनस एक्स स्केयर 1 माइनस एक्स स्केयर इंटरवल आ -1 to 1 ये इंटरवल आ -1 to 1 डिफाइन है फंक्शन 1 पुट करो माइनस पुट करो ठीक है जी डिफाइन है। सो फस्ट सानू पता जिहड़ा फंक्शन डिफाइन आ वो हमेशा कॉन्टीन्यूस भी हुंदा ठीक है जी। सिंस ई रेस टू पावर एक्स इज़ चाहे सीधा लिख दो एफ एक्स इज़ डिफाइंड in -1 to 1 so f(x) is continuous in -1 to 1 continuous होएगा। सेकंड कंडीशन डिफरेंशिएट करो f'(x) करो f'(x) करो ई रेस टू पावर 1 माइनस एक्स स्केयर इंटू इनसाइड का करोगे -2x सो कितना आ गया -2x ई रेस टू पावर 1 माइनस एक्स स्केयर एग्जिस्ट विच एग्जिस्ट इन -1 to 1 -1 to 1 ओपन इंटरवल -1 to 1 कोई भी तुसी वैल्यू पुट करो इनफिनिटी नूं टेंड नहीं करेगा सो ये फंक्शन डिफाइन आ एग्जिस्ट करता किहड़ा f'(x) सो वी कैन से f(x) इज़ डिफरेंशिएबल कह लो चाहे कह लो डेरीवेबल इन माइनस ओपन इंटरवल -1 to 1 ये सी सैकेंड कंडीशन। थर्ड कंडीशन है जी -1 पुट करो f(x) विच -1 पुट करोगे 1 - 1 ई रेस टू पावर 0 विच इज़ आल्सो 1 दैन 1 पुट करो गिवन फंक्शन दे विच 1 - 1 ई रेस टू पावर 0 विच इज़ आल्सो 1 सो वी सी दैट वैल्यू ऑफ फंक्शन एट 1 एंड -1 आर सेम सो कंडीशंस ऑफ रोल्स थ्योरम आर सैटिस्फाइड। ये लिखोगे कंडीशंस ऑफ रोल्स थ्योरम आर satisfied by Rolle's theorem there exists at least one real number c belongs to -1 to 1 such that f'(c) is equal to 0 f'(c) is equal to 0 f'(c) ਨੂੰ ਅਸੀਂ ਇਕੁਅਲ ਟੂ 0 ਰੱਖਾਂਗੇ f'(c) ਨੂੰ ਤੁਸੀਂ ਜਦੋਂ ਇਕੁਅਲ ਟੂ 0 ਰੱਖੋਗੇ ਇਹ ਸੀ ਸਾਡਾ f'(x) ਠੀਕ ਹੈ ਜੀ ਕੀ ਆ ਜਾਏਗਾ -2c e रेस टू पावर 1 माइनस c स्केयर इज इक्वल टू 0 f'(c) 0 मीन्स f'(c) सो ई रेस टू पावर एक्स नैवर बी इक्वल टू 0 ये कदे भी 0 नहीं होंगे ठीक है जी। सो कौन 0 होएगा c इज़ इक्वल टू 0 c 0 आ गई विच बिलोंग्स टू ओपन इंटरवल -1 to 1 -1 to 1 रियल लाइन देखो इत्थे 0 इत्थे 1 इत्थे -1 ये इस ओपन इंटरवल दे विच 0 बिलोंग कर रहा इस इंटरवल नूं सो रोल्स थ्योरम वेरीफाइड ठीक है जी रोल थ्योरम होगी वेरीफाइड। उम्मीद है कि तुहानूं समझ आ गई होएगी। इदां ही चाहे साडा लोगरिथमिक फंक्शन होवे उन्होंने भी असीं इस तरीके दे नाल शो कर सकते हैं। मैं हुण एक ट्रिग्नोमैट्रिक फंक्शन तुहानूं करवा रहा वो भी आपां समझीए। ट्रिग्नोमैट्रिक फंक्शन करिए एक सम हाँ जी फंक्शन आ उत्थे भी असी वेरीफाई करना रोल्स थ्योरम नूं f(x) साडे कोल है वेरीफाई
फंक्शन एफ एक्स साइन 3x इंटरवल आ 0 to 90 तो π/2 कह लो π/3 सॉरी π/3 π/3 का मीनिंग आ 60 डिग्री ठीक है जी 60 डिग्री तक आ ठीक है जी। तो हुण देखो फस्ट स्टैप ये की आ एफ एक्स की आ जी इज़ ट्रिग्नोमैट्रिक फंक्शन ट्रिग्नोमैट्रिक फंक्शन। तो बड़े ध्यान नाल देखो गिवन इंटरवल दे विच ये फंक्शन डिफाइन आ 0 पुट कर लो साइन 0 0 π/3 पुट कर लोगे साइन 90 साइन पाई हो जाना साइन पाई इज़ आल्सो 0 इन बिटवीन तुसी वैल्यू साइन 30 पुट कर लो चाहे कोई भी एंगल पुट कर लो ये डिफाइन आ नैवर टेंड टू इनफिनिटी। ਜਾਂ इदां कह लो जो साइन का जो आप ग्राफ देखीए ठीक है जी वो किस तरीके जाता साइन 0 0 इस तरीके चलता हमेशा लगातार चलता रहा इस करके ये हमेशा ही फॉर ऑल एक्स कॉन्टीन्यूज आ ठीक है जी ये हमेशा कॉन्टीन्यूज आ। सो एफ एक्स इज़ फस्ट इज़ कॉन्टीन्यूज इन क्लोज्ड इंटरवल 0 to π/3 ठीक है। इदा भी लिख दिए डिफाइंड इन 0 to π/3 इदा तुसी लिख सकते हैं कि गिवन इंटरवल च ये डिफाइन आ सो असी कह सकते हैं कॉन्टीन्यूज आ। सैकेंड स्टैप इनू डिफरेंशिएट करो एफ डैश एक्स आ गया 3 cos 3x विच इज़ अगेन एग्जिस्ट करता एग्जिस्ट इन ओपन इंटरवल 0 to π/3 ठीक है जी 0 to π/3 इन बिटवीन कोई भी वैल्यू पुट करो ये फंक्शन डिफाइन आ। सो की कह सकते हैं सो एफ एक्स इज़ डिफरेंशिएबल आ जां डेरीवेबल कह लो इन 0 to π/3। थर्ड कंडीशन है जी असी सब तो पहला पुट करांगे 0 साइन ऑफ 0 साइन 0 0 दैन असी पुट करांगे पाई साइन पाई पुट करोगे 3π/3 विच इज़ साइन पाई मीन साइन 180 साइन 180 मीन्स 0। सो वैल्यू ऑफ फंक्शन एट 0 एंड वैल्यू ऑफ फंक्शन एट पाई रिमेन्स सेम। सो ऑल 3 कंडीशंस आर सैटिस्फाइड ठीक है जी आर सैटिस्फाइड। सो मैं लिख दूँगा कंडीशंस ऑफ रोल्स थ्योरम आर सैटिस्फाइड बाय रोल्स थ्योरम there exist at least one real number c which belongs to open interval 0 to π/3 ठीक है जी। such that f dash c 0 ये असी थ्योरम अप्लाई की ਇਹਦਾ मीनिंग है जी 0 to 60 आ डिग्री च कन्वर्ट करिए 0 to 60 आ। एफ डैश सी एफ डैश कैलकुलेट कर चुके असी 3 cos 3x 3 cos 3c 0 3 ਨਾਲ डिवाइड कर दो cos 3c 0 ठीक है जी। तुसी पढ़िया सी इफ cos थीटा जे 0 आ दैन थीटे की टाइप की होंगी आ 2n + 1 π/2। जे तुहाडे चों किसी की ट्रिग्नोमैट्री वीक आ तो मैं ट्रिग्नोमैट्री के कुल 18 लैक्चरां की वीडियो बना चुकिया मेरी प्लेलिस्ट यूट्यूब पर पई आ तुसीं सुखपाल सिंह थिंद नाम से तुसीं जिहड़ी मेरा चैनल देख सकते हैं चाहे तुसीं ट्रिग्नोमैट्री बाय सुखपाल सिंह तुसीं करके मेरे 18 के 18 लैक्चर प्लेलिस्ट दे सकते हैं जिहदे मैं कंप्लीट ट्रिग्नोमैट्री एक्सरसाइज +1 CBSE चाहे पंजाब स्कूल एजुकेशन बोर्ड है वह हर एक क्वेश्चन मैं सॉल्व किया कोई क्वेश्चन नहीं छड्डिया बड़ी डिटेल वो लैक्चर मैं कवर किए आ तुसीं वो भी जरूर देखियो ठीक है जी। तुहानूं सारे कॉन्सैप्ट क्लीयर हो जाएंगे इस टाइप के है जी। एन की हुंदा इत्थे इंटीजर एन की हुंदा इंटीजर
ਹੁਣ ਕੋਈ ਵੀ ਇੰਟੀਜ਼ਰ ਵੈਲਿਊ ਪੁੱਟ ਕਰੋਗੇ ਤਾਂ ਕੀ ਆਣਾ, ਥੀਟਾ ਤੁਹਾਡਾ ਇਸ ਟਾਈਪ ਦਾ ਆਣਾ। ਕਹਿਣ ਦਾ ਮੀਨਿੰਗ ਆ ਕਿਸ ਟਾਈਪ ਦਾ ਆਣਾ, ਕਿਸ ਟਾਈਪ ਦੇ ਐਂਗਲ ਆਣੇ ਆ। 0 ਪੁੱਟ ਕਰੋਗੇ ਤਾਂ π/2, ਠੀਕ ਹੈ ਜੀ। 3π/2 1 ਪੁੱਟ ਕੀਤੇ ਆ, ਇੱਦਾਂ ਹੀ 5π/2 ਐਂਡ ਸੋ ਬਹੁਤ ਸਾਰੇ ਹੋਣਗੇ। ਅਤੇ 3 ਦੇ ਨਾਲ ਡਿਵਾਈਡ ਕਰ ਦਿਓ, ਸੋ C ਦੀ ਵੈਲੂ ਆ ਗਈ π/6। ਇਹ ਕਿੰਨਾ ਆ ਗਿਆ, 3 ਨਾਲ ਕੈਂਸਲ ਹੋ ਕੇ π/2, ਇਹ ਆ ਗਿਆ ਜੀ 5π/6 ਇੰਨਾ ਆ ਗਿਆ। ਐਂਡ ਸੋ ਬਹੁਤ ਸਾਰੇ ਐਂਗਲ ਆਣੇ। ਹੁਣ ਜੇ ਅਸੀਂ ਡਿਗਰੀ 'ਚ ਦੇਖੀਏ, ਡਿਗਰੀ 'ਚ ਇਹਦਾ ਮੀਨਿੰਗ ਹੁੰਦਾ ਜੀ 30 ਡਿਗਰੀ, ਠੀਕ ਹੈ ਜੀ। ਇਹਦਾ ਮੀਨਿੰਗ ਆ 90 ਡਿਗਰੀ, ਇਹਦਾ ਮੀਨਿੰਗ ਆ 150 ਡਿਗਰੀ ਐਂਡ ਸੋ ਬਹੁਤ ਸਾਰੇ ਆਉਣਗੇ। ਸਾਨੂੰ ਤਾਂ ਘੱਟੋ ਘੱਟ ਇੱਕ ਚਾਹੀਦਾ ਜਿਹੜਾ ਸਾਡੀ ਇੰਟਰਵਲ 'ਚ ਆ ਗਿਆ। ਉਹ ਦੇਖੋ ਕਿਹੜਾ, ਜਿਹੜਾ ਸਾਡੀ ਇੰਟਰਵਲ 'ਚ ਆ ਰਿਹਾ ਹੋਵੇ। ਸਾਡੀ ਇੰਟਰਵਲ ਆ 0 to 60। ਇਹ ਵੀ ਨਹੀਂ ਆਉਂਦਾ, ਇਹ ਤੋਂ ਅਗਲੇ ਵੀ ਨਹੀਂ ਆਣੇ, ਨੈਚੁਰਲ ਆ, ਨਹੀਂ ਆਣੇ। ਜੇ ਇਹ ਨਹੀਂ ਆਉਂਦਾ, ਇਹ ਤੋਂ ਅਗਲੇ ਵੀ ਨਹੀਂ ਆਣੇ। 90 ਡਿਗਰੀ, 90 ਡਿਗਰੀ ਇਸ ਇੰਟਰਵਲ 'ਚ ਆਉਂਦਾ, ਨਹੀਂ ਆਉਂਦਾ। 30 ਡਿਗਰੀ, 30 ਡਿਗਰੀ ਆਉਂਦਾ। ਸੋ ਓਨਲੀ ਮੈਂ ਉੱਪਰ ਲਿਖ ਦੇਵਾਂ, ਦਿਖਾਈ ਨਹੀਂ ਦੇ ਰਿਹਾ। ਸੋ ਓਨਲੀ C is equal to ਕਿਹੜਾ ਐਂਗਲ, π/6 ਬਿਲੋਂਗਸ ਟੂ 0 to π/3। ਸੋ ਰੋਲਜ਼ ਥਿਊਰਮ ਵੈਰੀਫਾਈਡ, ਠੀਕ ਹੈ ਜੀ। ਰੋਲਜ਼ ਥਿਊਰਮ ਕੀ ਹੋ ਗਈ, ਵੈਰੀਫਾਈ ਹੋ ਗਈ। ਇੱਦਾਂ ਹੀ ਮੈਂ ਹੋਰ ਕੁਐਸਚਨ ਕਰਾਉਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਕਿ ਅਸਲ 'ਚ ਹੈ ਕੀ ਆ, ਕਿਵੇਂ ਸੋਲਵ ਕਰਨੇ ਸਮ। ਤੁਸੀਂ ਬਾਕੀ ਕੁਐਸਚਨ ਇੱਦਾਂ ਆਪ ਸੋਲਵ ਕਰੋਗੇ ਜੋ ਵੀ ਤੁਹਾਡੀ ਐਕਸਰਸਾਈਜ਼ 'ਚ ਹੋਣਗੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ, ਮੈਂ ਉਹ ਕੁਐਸਚਨ ਵੀ ਤੁਹਾਨੂੰ ਕਰਵਾਊਂਗਾ। ਹੁਣ ਮੈਂ ਕੁਐਸਚਨ ਆਉਂਦਾ ਜਿਨ੍ਹਾਂ 'ਚ ਉਹ ਕੁਐਸਚਨ ਕਰਾਊਂਗਾ ਜਿਨ੍ਹਾਂ 'ਚ ਥਿਊਰਮ ਵੈਰੀਫਾਈ ਨਹੀਂ ਹੋ ਰਹੀ, ਵੈਲਿਡ ਨਹੀਂ ਆ ਰਿਹਾ, ਉਹ ਅਸੀਂ ਕੁਐਸਚਨ ਕਰਾਵਾਂਗੇ। ਕੋਈ ਨਾ ਕੋਈ ਕੰਡੀਸ਼ਨ ਜਿਹੜੀ ਆ ਉਹ ਸੈਟਿਸਫਾਈ ਨਹੀਂ ਹੋਏਗੀ, ਅਸੀਂ ਹੁਣ ਉਹ ਕੁਐਸਚਨ ਕਰਾਂਗੇ। ਸਭ ਤੋਂ ਪਹਿਲਾਂ ਜੋ ਮੈਂ ਕੁਐਸਚਨ ਕਰਾਉਣ ਜਾ ਰਿਹਾ ਉਹ ਆ ਜੀ f(x) x minus 2 x minus 1। ਇਹ ਸਟੇਟਮੈਂਟ ਆ, ਇੰਟਰਵਲ ਆ 0 to 2, ਇੰਟਰਵਲ ਆ 0 to 2। ਹੁਣ ਬੜੇ ਧਿਆਨ ਨਾਲ ਸਮਝੋ। ਹੁਣ ਇਹ ਰੈਸ਼ਨਲ ਫੰਕਸ਼ਨ ਆ, ਇਹਨੂੰ ਪੋਲੀਨੋਮੀਅਲ ਨਹੀਂ ਕਹਿਣਾ ਕਿਉਂਕਿ P/Q ਦੀ ਫਾਰਮ 'ਚ ਆ, P/Q ਦੀ ਫਾਰਮ 'ਚ ਆ। ਕੀ ਕਹਾਂਗੇ, ਇਹ ਰੈਸ਼ਨਲ ਫੰਕਸ਼ਨ ਆ। ਰੈਸ਼ਨਲ ਦੀ ਡੈਫੀਨੇਸ਼ਨ ਕੀ ਹੁੰਦੀ ਆ, P/Q ਦੀ ਫਾਰਮ 'ਚ ਸੱਚ ਦੈਟ PQ ਦੀ GCD 1 ਐਂਡ Q ਨੋਨ 0। ਇਹ ਡੈਫੀਨੇਸ਼ਨ ਹੁੰਦੀ ਹੈ ਰੈਸ਼ਨਲ ਨੰਬਰ ਦੀ, P/Q ਦੀ ਫਾਰਮ 'ਚ GCD of P ਐਂਡ Q 1। ਇਹਦਾ ਮੀਨਿੰਗ ਕੀ ਹੈ, GCD 1 ਦਾ ਮੀਨਿੰਗ ਆ ਕਿ P ਅਤੇ Q 'ਚ ਕੁਛ ਕਾਮਨ ਨਾ ਹੋਵੇ, ਉਹ ਕੈਂਸਲ ਨਾ ਹੁੰਦੇ ਹੋਣ। 2/4 ਰੈਸ਼ਨਲ ਨੰਬਰ ਨਹੀਂ, ਕਿਉਂ, ਬਿਕੋਜ਼ ਉਹ ਤਾਂ ਕੈਂਸਲ ਹੋ ਗਏ। 1/2 ਰੈਸ਼ਨਲ ਨੰਬਰ ਆ। ਦੋ ਕੰਡੀਸ਼ਨ ਹੋਣੀਆਂ ਚਾਹੀਦੀਆਂ, ਇੱਕ ਤਾਂ ਉਹ ਫਰਦਰ ਕੈਂਸਲ ਨਾ ਹੁੰਦੇ ਹੋਣ, ਮਤਲਬ GCD 1 ਹੋਵੇ, ਅਤੇ ਨਿਚਲਾ ਠੀਕ ਹੈ ਉਹ ਨੋਨ 0 ਹੋਣਾ ਚਾਹੀਦਾ। ਠੀਕ ਹੈ ਜੀ, ਇਹ ਸੀ ਡੈਫੀਨੇਸ਼ਨ। ਹੁਣ ਬੜੇ ਧਿਆਨ ਨਾਲ ਦੇਖੋ, ਇਹ ਰੈਸ਼ਨਲ ਫੰਕਸ਼ਨ ਆ ਬਟ ਇਸ ਇੰਟਰਵਲ 'ਚ ਡਿਫਾਈਨ ਨਹੀਂ ਹੈਗਾ। ਕਿਉਂ ਨਹੀਂ ਹੈਗਾ, ਸਾਨੂੰ ਇੰਟਰਵਲ ਕਿਹੜੀ ਦਿੱਤੀ, 0 1 2 3 ਇੰਟਰਵਲ ਆ 0 to 2। ਇਹਦੇ ਵਿੱਚ 1 ਵੀ ਹੈਗਾ। 1 ਜੇ ਤੁਸੀਂ 1 ਪੁੱਟ ਕਰਦੇ ਆ 1 1 - 2 1 - 1 0। ਠੀਕ ਹੈ ਜੀ। ਸੋ f(x) ਇਜ਼ ਨੋਟ ਡਿਫਾਈਨਡ, ਕਿਉਂਕਿ ਅਸੀਂ ਜਦੋਂ ਡੈਫੀਨੇਸ਼ਨ ਪੜ੍ਹੀ ਹੈ ਨਾ, ਪਹਿਲੀ ਲਾਈਨ ਹੀ ਇਹ ਸੀ ਕਿ ਇਫ f(x) ਡਿਫਾਈਨਡ ਇਨ ਕਲੋਜ਼ਡ ਇੰਟਰਵਲ AB ਦੈਨ 3 ਕੰਡੀਸ਼ਨ ਆ ਗਏ। ਹੁਣ ਇਹ ਫੰਕਸ਼ਨ ਡਿਫਾਈਨ ਹੀ ਨਹੀਂ ਹੈਗਾ, ਸਾਨੂੰ ਅੱਗੇ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ। ਠੀਕ ਹੈ ਜੀ, ਉਹ ਕੰਟੀਨਿਊਸ ਹੋਵੇ ਨਾ ਹੋਵੇ ਸਾਨੂੰ ਕੋਈ ਮਤਲਬ ਨਹੀਂ, ਅਤੇ ਇਹਨੇ ਹੋਣਾ ਹੀ ਨਹੀਂ ਕੰਟੀਨਿਊਸ। ਠੀਕ ਹੈ ਜੀ, ਲਿਖ ਦਿਓ ਚਾਹੇ। ਸੋ f(x) ਇਜ਼ ਨੋਟ ਕੰਟੀਨਿਊਸ। ਠੀਕ ਹੈ ਜੀ, ਨੋਟ ਕੰਟੀਨਿਊਸ। ਜੇ ਡਿਫਾਈਨ ਹੀ ਨਹੀਂ ਹੈਗਾ ਤਾਂ ਕੰਟੀਨਿਊਸ ਵੀ ਨਹੀਂ ਹੋਣਾ। ਉਸ ਤੋਂ ਬਾਅਦ ਅੱਗੇ ਕੁਛ ਕਰਨ ਦੀ ਲੋੜ ਹੀ ਨਹੀਂ। ਰੋਲਜ਼ ਥਿਊਰਮ
ਨੋਟ ਐਪਲੀਕੇਬਲ ਅਸੀਂ ਅੱਗੇ ਤਾਂ ਚੱਲਦੇ ਨਾ ਜੇ ਉਹ ਕੰਡੀਸ਼ਨ ਸੈਟੀਸਫਾਈ ਹੁੰਦੀ। ਸੋ ਇਹ ਥਿਓਰਮ ਐਪਲੀਕੇਬਲ ਨਹੀਂ ਗੀ। ਹੁਣ ਮੈਂ ਇੱਕ ਹੋਰ ਕੁਐਸਚਨ ਕਰਵਾਉਣ ਜਾ ਰਿਹਾ ਅੱਗੇ, ਉਹ ਆ ਜੀ ਉਹਦੇ 'ਚ ਵੀ ਐਪਲੀਕੇਬਲ ਨਹੀਂ ਹੋਣੀ। ਉਹ ਕੁਐਸਚਨ ਆ f(x) x-1 ਦਾ ਮੋਡੂਲਸ। ਠੀਕ ਹੈ ਜੀ, x-1 ਦਾ ਮੋਡੂਲਸ ਇੰਟਰਵਲ ਆ 0 to 2 ਆ ਮੇਬੀ, ਹਾਂ 0 to 2 ਇਹ ਇੰਟਰਵਲ ਹੈ। ਇਸ ਇੰਟਰਵਲ 'ਚ ਅਸੀਂ ਕੰਮ ਕਰਨਾ ਅਤੇ ਬੜੇ ਧਿਆਨ ਦੇ ਨਾਲ ਦੇਖੋ। ਜੇ ਅਸੀਂ ਇਹਨੂੰ ਇਕੁਅਲ ਟੂ 0 ਰੱਖਦੇ ਹਾਂ ਤਾਂ x ਦੀ ਵੈਲੂ ਕੀ ਆਉਂਦੀ ਆ 1। ਠੀਕ ਹੈ ਜੀ 1 ਅਤੇ 1 ਉਹਦੇ ਵਿੱਚ ਆ ਰਿਹਾ। ਠੀਕ ਹੈ ਜੀ, ਅਤੇ ਬੜੇ ਧਿਆਨ ਨਾਲ ਦੇਖਣਾ। ਫੰਕਸ਼ਨ ਤਾਂ ਡਿਫਾਈਨ ਹੈ ਕਿਉਂਕਿ ਇਨਫਿਨਿਟੀ ਨਹੀਂ ਬਣਦਾ ਪਿਆ। ਠੀਕ ਹੈ ਜੀ, f(x) ਇਜ਼ ਡਿਫਾਈਨਡ ਆ, ਇਹ ਮਤਲਬ ਐਗਜ਼ਿਸਟ ਕਰਦਾ ਇਨ 0 to 2 ਇਹਦੇ 'ਚ ਡਿਫਾਈਨ ਆ, ਕੋਈ ਪ੍ਰੋਬਲਮ ਨਹੀਂ। ਹਾਂਜੀ, ਇਹ ਕੰਟੀਨਿਊਸ ਵੀ ਆ। ਕਿਉਂ ਕੰਟੀਨਿਊਸ ਆ ਮੈਂ ਹੁਣੇ ਸਮਝਾਉਣਾ ਤੁਹਾਨੂੰ। ਇਹ ਕੰਟੀਨਿਊਸ ਵੀ ਆ। ਇੱਥੇ ਸਾਡੇ ਕੋਲ ਹੁੰਦਾ 0, ਇੱਥੇ ਹੁੰਦਾ 1, ਇੱਦਾਂ ਹੀ ਇੱਥੇ ਹੁੰਦਾ 2 1 'ਤੇ ਇੱਦਾਂ ਇਹਦਾ ਗ੍ਰਾਫ ਬਣਨਾ ਇਸ ਤਰੀਕੇ, ਇਹਦਾ ਗ੍ਰਾਫ ਹੈ। ਠੀਕ ਹੈ ਜੀ, ਇਸ ਤਰੀਕੇ ਦਾ ਗ੍ਰਾਫ ਬਣਨਾ। ਇੱਦਾਂ ਹੀ ਇਹ ਲਗਾਤਾਰ ਕਿਤੇ ਬ੍ਰੇਕ ਨਹੀਂ ਹੋਣਾ, ਇਹਨੇ ਲਗਾਤਾਰ ਚੱਲੀ ਜਾਣਾ। 1 'ਤੇ ਆ ਕੇ 1 ਤੋਂ ਇਹਨੇ ਫਿਰ ਪਿੱਛੇ ਮੁੜ ਜਾਣਾ। ਠੀਕ ਹੈ ਜੀ, ਸੋ ਇਹ ਹਮੇਸ਼ਾ ਕੰਟੀਨਿਊਸ ਹੋਏਗਾ। ਸੋ ਫਸਟ ਜਿਹੜੀ ਕੰਡੀਸ਼ਨ ਆ f(x) ਇਜ਼ ਕੰਟੀਨਿਊਸ। ਵੈਸੇ ਵੀ ਜਿਹੜਾ ਫੰਕਸ਼ਨ ਡਿਫਾਈਨ ਹੈ ਉਹਨੇ ਕੰਟੀਨਿਊਸ ਵੀ ਹੋਣਾ। ਕਿਹੜੀ ਇੰਟਰਵਲ 'ਚ? ਇਨ 0 to 2। ਅਸੀਂ ਸਿਰਫ 0 to 2 'ਚ ਦੇਖਣਾ। ਤਾਂ ਦੇਖੋ ਇੱਥੇ 0 ਆ, ਇੱਥੇ ਤੱਕ 2 ਆ, ਤਾਂ ਉਹਦੇ 'ਚ ਕੀ ਆ ਕੰਟੀਨਿਊਸ ਆ। ਉਸ ਤੋਂ ਅੱਗੇ ਚੱਲੀਏ। ਦੂਸਰੀ ਹੁਣ ਕੰਡੀਸ਼ਨ ਅਸੀਂ ਚੈੱਕ ਕਰਨੀ ਆ ਕਿ ਇਹ ਡਿਫਰੈਂਸ਼ੀਏਬਲ ਹੈਗਾ ਜਾਂ ਨਹੀਂ ਹੈਗਾ। ਇਹ ਫੰਕਸ਼ਨ ਮੋਡੂਲਸ ਇਹ ਡਿਫਰੈਂਸ਼ੀਏਬਲ ਨਹੀਂ ਹੁੰਦਾ। ਅਸੀਂ ਇਹਨੂੰ ਇੱਦਾਂ ਵੀ ਦੇਖ ਸਕਦੇ ਹਾਂ, ਜੇ ਇਹਦਾ ਅਸੀਂ ਡੈਰੀਵੇਟਿਵ ਕਰੀਏ ਅਤੇ ਸ਼ਾਰਟਕਟ ਦੇਖਣਾ। ਡੈਰੀਵੇਟਿਵ ਕਰੋਗੇ, ਡੈਰੀਵੇਟਿਵ ਇਹਦਾ 1/(x-1) ਇੰਟੂ ਇਨਸਾਈਡ ਦਾ ਜਿਹੜਾ ਉਹ 1 ਹੀ ਆਉਣਾ। ਇਹ ਹੁਣ 1 'ਤੇ ਡਿਫਾਈਨ ਨਹੀਂ। 10 to 0 ਐਜ਼ x ਟੈਂਡਿੰਗ ਟੂ 1, ਸੋ ਨੋਟ ਡਿਫਾਈਨ, ਸੋ ਨੋਟ ਡਿਫਰੈਂਸ਼ੀਏਬਲ। ਜਾਂ ਅਸੀਂ ਦੂਸਰੀ ਤਕਨੀਕ ਦੇ ਨਾਲ ਇਹਨੂੰ ਸ਼ੋਅ ਵੀ ਕਰਾਂਗੇ। ਉਹ ਦੇਖੋ ਕਿਵੇਂ ਸ਼ੋਅ ਕਰਨਾ ਉਹ ਦੇਖੀਏ। ਸੈਕਿੰਡ ਸਟੈਪ ਮੈਂ ਕੀ ਸ਼ੋਅ ਕਰਾਉਣ ਜਾ ਰਿਹਾ, ਟੂ ਸ਼ੋ f(x) ਇਜ਼ ਨੋਟ ਡਿਫਰੈਂਸ਼ੀਏਬਲ ਇਨ ਇੰਟਰਵਲ ਓਪਨ ਇੰਟਰਵਲ 0 to 2। ਇਹ ਮੈਂ ਸ਼ੋਅ ਕਰਾਉਣਾ। ਜਦੋਂ ਵੀ ਮੋਡੂਲਸ ਹੋਵੇ ਜਾਂ ਇੰਟੈਗਰਲ ਪਾਰਟ ਹੋਵੇ, ਅਸੀਂ ਲੈਫਟ ਹੈਂਡ ਐਂਡ ਰਾਈਟ ਹੈਂਡ ਲਿਮਟ ਕਰੀਦੀ ਆ। ਸਭ ਤੋਂ ਪਹਿਲਾਂ ਮੈਂ ਕਰੂੰਗਾ ਲੈਫਟ ਹੈਂਡ ਲਿਮਟ। ਠੀਕ ਹੈ ਜੀ, ਡੈਫੀਨੇਸ਼ਨ। ਹਾਂਜੀ, ਮੈਂ ਸ਼ੋਅ ਕਰਾਊਂਗਾ ਨੋਟ ਡਿਫਰੈਂਸ਼ੀਏਬਲ ਐਟ x ਇਜ਼ ਇਕੁਅਲ ਟੂ 1। 1 'ਤੇ ਡਿਫਰੈਂਸ਼ੀਏਬਲ ਨਹੀਂ, ਇਹ ਮੈਂ ਸ਼ੋਅ ਕਰਾਉਣਾ। ਠੀਕ ਹੈ ਜੀ, 1 x ਟੈਂਡਿੰਗ ਟੂ ਲੈਫਟ ਹੈਂਡ ਆ ਤਾਂ ਅਸੀਂ ਲੈਫਟ ਲਿਮਟ ਲੈਣੀ ਆ 1 ਮਾਈਨਸ। ਠੀਕ ਹੈ ਜੀ, ਡੈਫੀਨੇਸ਼ਨ ਸੀ f(x) ਮਾਈਨਸ f(1) x-1। ਤੁਸੀਂ ਕਹੋਗੇ ਸਰ ਸਮਝ ਨਹੀਂ ਆਈ। ਤੁਸੀਂ +1 'ਚ ਅਤੇ +2 'ਚ ਵੀ ਤੁਸੀਂ ਲਿਮਟ ਪੜ੍ਹ ਰਹੇ ਆ। ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ। f'(a) ਕਿਵੇਂ ਕੈਲਕੂਲੇਟ ਕਰੀਦਾ? ਲਿਮਟ x ਟੈਂਡਿੰਗ ਟੂ a, ਨੀਚੇ x-a, f(x) ਮਾਈਨਸ f(a). ਇਹ ਡੈਫੀਨੇਸ਼ਨ ਆ ਡੈਰੀਵੇਟਿਵ ਦੀ। ਠੀਕ ਹੈ ਜੀ, ਇਹ ਡੈਫੀਨੇਸ਼ਨ ਡੈਰੀਵੇਟਿਵ ਐਟ ਪੁਆਇੰਟ a, ਡੈਰੀਵੇਟਿਵ ਆਫ ਫੰਕਸ਼ਨ ਐਟ ਪੁਆਇੰਟ a, ਇਹ ਡੈਫੀਨੇਸ਼ਨ ਆ। ਅਤੇ ਮੈਂ ਕੀ ਕਰ ਰਿਹਾ, ਲੈਫਟ ਹੈਂਡ ਲਿਮਟ ਆ ਤਾਂ 1 'ਤੇ ਮਾਈਨਸ ਪਾ ਤਾ। ਠੀਕ ਹੈ ਜੀ, ਫਰਦਰ ਸੋਲਵ ਕਰੀਏ। ਲਿਮਟ x ਟੈਂਡਿੰਗ ਟੂ 1 ਮਾਈਨਸ, ਨੀਚੇ x-1। f(x) ਦੀ ਵੈਲਿਊ ਮੇਰੇ ਕੋਲ ਆ x-1। f(1) ਦੀ ਕੀ ਹੋ ਜਾਏਗੀ? 1 - 1 0 ਹੋ ਜਾਏਗੀ। ਠੀਕ ਹੈ ਜੀ, ਅਤੇ ਕੀ ਮਿਲ ਗਿਆ ਮੇਰੇ ਕੋਲ? ਸਿਰਫ ਰਹਿ ਗਿਆ x-1 ਮੋਡ ਓਵਰ x-1। ਹੁਣ ਬੜੇ ਧਿਆਨ ਨਾਲ ਸਮਝਿਓ। ਠੀਕ ਹੈ ਜੀ, ਬੜੇ ਧਿਆਨ ਦੇ ਨਾਲ ਸਮਝਿਓ। x ਟੈਂਡ ਕਰਦਾ 1 ਮਾਈਨਸ ਨੂੰ। ਇਹਦਾ ਮੀਨਿੰਗ ਕੀ ਹੁੰਦਾ? ਇਹਦਾ ਮੀਨਿੰਗ ਹੁੰਦਾ ਕਿ x 1 ਤੋਂ ਲੈਸ ਆ।
ठीक है, एक्स लेस दैन 1। फरदर 1 माइनस कर दो, एक्स माइनस 1 हो जाएगा लेस दैन 0। एक्स माइनस 1 की आ लेस दैन 0। जे एक्स माइनस 1 लेस दैन 0 आ तो डेफिनेशन की आ, दैन मॉड एक्स माइनस 1 इज़ इक्वल टू माइनस एक्स माइनस 1। ਹੁਣ ਤੁਸੀਂ ਕਹੋਗੇ ਸਾਰਾ ਸਾਨੂੰ ਸਮਝ ਹੀ ਨਹੀਂ ਆਈ, तो समझ तो आनी है जो तुम मॉड की डेफिनेशन पता। मैं मॉड की डेफिनेशन समझाना पर क्वेश्चन पूरा करने तो बाद, ठीक है जी। ਜਾਂ मैं थोड़ी समझाई देना। मॉड एक्स की डेफिनेशन सी एक्स इफ एक्स ग्रेटर दैन इक्वल टू 0 माइनस एक्स इफ एक्स ग्रेटर दैन लेस दैन 0। ये डेफिनेशन है, ये इस क्वेश्चन का पार्ट नहीं गा, मैं जस्ट समझाने वास्ते तुम दस रहा। जे तो एक्स 0 आ ਜਾਂ 0 ਤੋਂ ਗ੍ਰੇਟਰ ਆ ਉਦੋਂ ਅਸੀਂ ਮੋਡ ਐਕਸ ਐਕਸ ਦੇ ਇਕੁਅਲ ਲੈਣਾ। ਜਦੋਂ ਐਕਸ ਲੈਸ ਦੈਨ 0 ਆ ਉਦੋਂ ਮੋਡ ਐਕਸ ਦੀ ਵੈਲਿਊ ਹੁੰਦੀ ਆ ਮਾਈਨਸ ਐਕਸ। ਹੁਣ ਸਮਝੋ ਐਕਸ 1 ਮਾਈਨਸ ਨੂੰ ਟੈਂਡ ਕਰਦਾ, ਇਹਦਾ ਮੀਨਿੰਗ ਹੁੰਦਾ ਐਕਸ ਲੈਸ ਦੈਨ 1। ਐਕਸ ਮਾਈਨਸ 1 ਲੈਸ ਦੈਨ 0 ਹੋ ਗਿਆ, 1 ਇੱਧਰ ਆ ਗਿਆ। ਹੁਣ ਐਕਸ ਮਾਈਨਸ 1 0 ਤੋਂ ਛੋਟਾ ਆਹ ਵਾਲਾ ਕੇਸ ਆ, ਤਾਂ ਉਦੋਂ ਨਾਲ ਕੀ ਲੱਗਣੀ ਆ, ਮਾਈਨਸ ਲੱਗਣੀ। ਇੱਥੇ ਪੁੱਟ ਕਰਾਂਗੇ ਕੀ ਆ ਜਾਏਗਾ, ਇਸ ਕੇਸ ਵਿੱਚ ਕੀ ਹੋਣਾ, 1 ਮਾਈਨਸ एक्स माइनस 1 ओवर एक्स माइनस 1। ठीक है जी, ये सामने ये रीजन जरूर देना, फिर मार्क्स पूरे मिलने। ये कैंसल हो गया तो की मिले लिमिट एक्स टेंडिंग टू 1 माइनस 1 तो आंसर आ गया माइनस 1। आंसर आ गया माइनस 1। ठीक है जी, ये सी लैफ्ट हैंड लिमिट। इदां असीं हुण करांगे राइट हैंड लिमिट। मोस्टली टीचर एंड बुक्स के उपर की होंदा कि वो एच पुट करके करते हैं, बट मेरा ये स्टाइल है राइट हैंड लिमिट करिए। राइट हैंड लिमिट में की लेना, राइट लिमिट लवांगे एक्स टेंडिंग टू 1 प्लस एफ एक्स माइनस एफ 1 ओवर एक्स माइनस 1। फरदर एफ एक्स की वैल्यू कितनी आ, मॉड एक्स माइनस 1 आ देखो, एफ 1 पुट करोगे 1 माइनस 0 0 हो गई, सो एक्स माइनस 1। हुण जो मैं इत्थे लिख रहा वह रीजन सामने देना बिल्कुल की सी रीजन, सॉरी राइट लिमिट एक्स टेंडिंग टू 1 प्लस ਇਹਦਾ मीनिंग की आ एक्स ग्रेटर दैन 1। फरदर ਇਹਦਾ मीनिंग की आ एक्स माइनस 1 ग्रेटर दैन 0। तो असीं डेफिनेशन लिखी सी हुणे कि जे एक्स 0 आ ਜਾਂ 0 ਤੋਂ ज़्यादा, तो उस केस ਵਿੱਚ ਕੀ ਹੁੰਦਾ कि मॉड एक्स माइनस 1 ਦੀ ਜਿਹੜੀ ਵੈਲਿਊ ਆ ਉਹ ਹੁੰਦੀ ਆ ਪੋਜ਼ੀਟਿਵ एक्स माइनस 1। ਤਾਂ ਕੀ ਆ ਗਈ ਲਿਮਟ एक्स टेंडिंग टू 1 प्लस एक्स माइनस 1 ओवर एक्स माइनस 1 कैंसिल करके आंसर 1 आ गया। लैफ्ट हैंड लिमिट -1, राइट हैंड लिमिट 1। सो लैफ्ट हैंड लिमिट नॉट इक्वल टू राइट हैंड लिमिट। ਜਦੋਂ ਲੈਫਟ ਹੈਂਡ ਰਾਈਟ ਹੈਂਡ ਲਿਮਿਟ ਬਰਾਬਰ ਨਾ ਆਵੇ, ਇਹਦਾ ਮੀਨਿੰਗ ਇਹ ਹੁੰਦਾ ਕਿ ਲਿਮਿਟ ਐਗਜ਼ਿਸਟ ਨਹੀਂ ਕਰਦੀ। ਇਹਦਾ ਮੀਨਿੰਗ ਕੀ ਹੁੰਦਾ, ਲਿਮਿਟ ਐਗਜ਼ਿਸਟ ਨਹੀਂ ਕਰਦੀ। ਸੋ ਲਿਮਿਟ ਡਜ਼ ਨੋਟ ਐਗਜ਼ਿਸਟ, ਲਿਮਿਟ ਐਗਜ਼ਿਸਟ ਹੀ ਨਹੀਂ ਕਰਦੀ। ਜੇ ਲਿਮਿਟ ਨਹੀਂ ਐਗਜ਼ਿਸਟ ਕਰਦੀ ਤਾਂ ਜੇ ਲਿਮਿਟ ਹੀ ਨਹੀਂ ਐਗਜ਼ਿਸਟ ਕੀਤੀ ਤਾਂ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੋਣਾ। ਸੋ ਐਫ ਐਕਸ ਇਜ਼ ਨੋਟ ਡਿਫਰੈਂਸ਼ੀਏਬਲ। ਕਿਹੜੇ ਪੁਆਇੰਟ 'ਤੇ ਕਰਦੇ ਪਏ ਆ, ਐਕਸ ਇਜ਼ ਇਕੁਅਲ ਟੂ 1 ਤੇ 1 ਕਿਹਦੇ 'ਚ ਆ, 0 to 2 ਦੇ ਵਿੱਚ ਆ। ਸੋ ਐਫ ਐਕਸ ਇਜ਼ ਨੋਟ ਡਿਫਰੈਂਸ਼ੀਏਬਲ ਇਨ 0 to 2। ਠੀਕ ਹੈ ਜੀ, ਇੰਟਰਵਲ ਗਿਵਨ ਸੀ 0 to 2, ਉਹਦੇ ਅੰਦਰ ਪੁਆਇੰਟ ਆਉਂਦਾ 1। ਮੈਂ 1 'ਤੇ ਚੈੱਕ ਕੀਤਾ, ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ ਲਾਈ, ਉਹ ਸੇਮ ਨਹੀਂ ਆਈਆਂ। ਜੇ ਸੇਮ ਨਹੀਂ ਆਈਆਂ ਤਾਂ ਲਿਮਿਟ ਐਗਜ਼ਿਸਟ ਨਹੀਂ ਕਰਦੀ, ਤੇ ਲਿਮਿਟ ਨਹੀਂ ਐਗਜ਼ਿਸਟ ਕਰਦੀ ਤਾਂ ਉਹਨੇ ਡਿਫਰੈਂਸ਼ੀਏਬਲ ਨਹੀਂ ਹੋਣਾ। ਜੇ ਡਿਫਰੈਂਸ਼ੀਏਬਲ ਨਹੀਂ ਹੈਗਾ, ਜੇ 1 'ਤੇ ਨਹੀਂ ਡਿਫਰੈਂਸ਼ੀਏਬਲ ਤਾਂ 1 ਇਸ ਇੰਟਰਵਲ ਦੇ ਵਿੱਚ ਆਉਂਦਾ, ਇਸ ਕਰਕੇ ਉਹ ਇਸ ਇੰਟਰਵਲ ਦੇ ਵਿੱਚ ਡਿਫਰੈਂਸ਼ੀਏਬਲ ਨਹੀਂ ਹੋਣਾ। ਹੁਣ ਜੇ ਡਿਫਰੈਂਸ਼ੀਏਬਲ ਨਹੀਂ ਹੋਇਆ ਤਾਂ ਕੰਡੀਸ਼ਨ ਸੈਟਿਸਫਾਈ ਨਹੀਂ ਹੋਈਆਂ ਰੋਲਸ ਥਿਊਰਮ ਦੀਆਂ। ਜੇ ਕੰਡੀਸ਼ਨ ਸੈਟਿਸਫਾਈ ਹੋਈਆਂ, ਸੋ ਰੋਲਸ ਥਿਊਰਮ ਨੋਟ ਐਪਲੀਕੇਬਲ। ਠੀਕ ਹੈ ਜੀ, ਇੱਥੇ ਉਹ ਐਪਲੀਕੇਬਲ ਨਹੀਂ ਗੀ, ਇੱਥੇ ਰੋਲਸ ਥਿਊਰਮ ਅਪਲਾਈ ਨਹੀਂ ਹੋਣੇ। ਇੱਦਾਂ ਹੀ ਇੱਕ ਹੋਰ ਕੁਐਸਚਨ ਮੈਂ ਕਰਵਾ ਦੇਵਾਂ। ਕੁਐਸਚਨ ਹੈ ਜੀ ਐਫ ਐਕਸ ਇਜ਼ ਇਕੁਅਲ ਟੂ ਐਕਸ।
ਕੁਐਸਚਨ ਆ ਬਹੁਤਾ ਹੀ ਸਿੰਪਲ ਆ। ਇੱਕ ਕੁਐਸਚਨ ਕੀਤਾ ਸੀ ਜਿਹਦੇ ਵਿੱਚ ਫੰਕਸ਼ਨ ਕੰਟੀਨਿਊਸ ਨਹੀਂ ਹੋਇਆ, ਹੁਣ ਦੂਸਰਾ ਕੁਐਸਚਨ ਕੀਤਾ ਜਿਹਦੇ 'ਚ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੋਇਆ। ਹੁਣ ਤੀਸਰਾ ਕੁਐਸਚਨ ਕਰਨ ਜਾ ਰਹੇ ਹਾਂ ਜਿਹਦੇ 'ਚ ਥਰਡ ਕੰਡੀਸ਼ਨ ਹੋਲਡ ਨਹੀਂ ਕਰਨੀ। ਇੰਟਰਵਲ ਦਿੱਤੀ ਆ ਉਹਨਾਂ ਨੇ 1 ਤੇ 2। ਠੀਕ ਹੈ ਜੀ, ਇਹਦੇ 'ਚ ਇਹ ਪੋਲੀਨੋਮੀਅਲ ਆ, ਫਸਟ ਕੰਡੀਸ਼ਨ ਹੋ ਗਈ, ਸੈਕਿੰਡ ਵੀ ਹੋ ਜਾਣੀ ਹੈ ਕਿਉਂਕਿ ਡੈਰੀਵੇਟਿਵ 1 ਆ। ਠੀਕ ਹੈ ਜੀ, ਥਰਡ ਕੰਡੀਸ਼ਨ ਕੀ ਆ? ਥਰਡ ਕੰਡੀਸ਼ਨ ਆ ਜੀ F 1 ਪੁੱਟ ਕਰੋਗੇ 1 ਆ ਗਿਆ, 2 ਪੁੱਟ ਕਰੋਗੇ 2 ਆ ਗਿਆ। ਸੋ ਕੀ ਕਹੋਗੇ F1 ਨਾਟ ਇਕੁਅਲ ਟੂ F2। ਪਰ ਅਸੀਂ ਤਾਂ ਇਹ ਕਿਹਾ ਸੀ ਕਿ ਵੈਲਿਊ ਉਹ ਫੰਕਸ਼ਨ ਐਟ 1 ਐਂਡ ਵੈਲਿਊ ਫੰਕਸ਼ਨ ਐਟ 2 ਮਸਟ ਬੀ ਸੇਮ। ਸੋ ਇੱਥੇ ਸੇਮ ਨਹੀਂ ਆਏ, ਸੋ ਕੰਡੀਸ਼ਨ ਨਾਟ ਸੈਟਿਸਫਾਈਡ। ਕੰਡੀਸ਼ਨਸ ਆਫ Rolle's theorem not satisfied। So Rolle's theorem not applicable। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਅਸੀਂ ਜਿਹੜੇ ਇਹ ਕੁਐਸਚਨ ਕਰਨੇ ਆ। ਕੁਐਸਚਨ ਤਾਂ ਹੋਰ ਵੀ ਬਹੁਤ ਸਾਰੇ ਆ ਬਟ ਮੇਰਾ ਇਹ ਲੈਕਚਰ ਲੰਬਾ ਜਾ ਰਿਹਾ। ਠੀਕ ਹੈ ਜੀ, ਜੇ ਤੁਹਾਨੂੰ ਇਹ ਮੇਰੀ ਵੀਡੀਓ, ਇਹ ਮੇਰਾ ਲੈਕਚਰ ਪਸੰਦ ਆਇਆ ਹੋਵੇ ਤਾਂ ਤੁਸੀਂ ਲਾਈਕ ਵੀ ਕਰ ਦਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਉਹਦਾ ਫਾਇਦਾ ਇਹ ਹੋਏਗਾ ਕਿ ਤੁਹਾਨੂੰ ਮੇਰੀਆਂ ਜਿਹੜੀਆਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਆ ਉਹ ਵੀ ਤੁਹਾਨੂੰ ਸ਼ੋ ਹੋ ਜਾਣਗੀਆਂ। ਨੈਕਸਟ ਲੈਕਚਰ 'ਚ ਮੈਂ ਲੈਗਰੈਂਜੀ ਮੀਨ ਵੈਲਿਊ ਥਿਓਰਮ ਕਰਾਉਣ ਜਾ ਰਿਹਾ ਜੋ ਕਿ ਬਹੁਤ ਇੰਪੋਰਟੈਂਟ ਆ। ਉਸ ਤੋਂ ਬਾਅਦ ਅਸੀਂ ਕਰਾਂਗੇ ਐਪਲੀਕੇਸ਼ਨ ਆਫ ਡੈਰੀਵੇਟਿਵ। ਇਹ ਕਾਫੀ ਲੰਬਾ ਮੇਰਾ ਇਹ ਟੌਪਿਕ ਚੱਲਣਾ ਸਾਰਾ। ਠੀਕ ਹੈ ਜੀ, ਅਤੇ ਸ਼ੇਅਰ ਵੀ ਕਰ ਦਿਓ ਬਾਕੀ ਸਟੂਡੈਂਟ ਨੂੰ ਤਾਂ ਜੋ ਵੱਧ ਤੋਂ ਵੱਧ ਸਟੂਡੈਂਟ ਦਾ ਫਾਇਦਾ ਹੋ ਜਾਵੇ। ਠੀਕ ਹੈ ਜੀ, ਓਕੇ, ਥੈਂਕ ਯੂ ਰਾਜੇ।